ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਵਿੱਤਰ ਬਾਣੀ ਸੁਖਮਨੀ ਸਾਹਿਬ ਅੰਤਰ ਪੰਚਮ ਪਾਤਸ਼ਾਹ ਜੀ ਜਗਤ ਦਾ ਵਿਕਾਸ ਜੋ ਪ੍ਰਮਾਤਮਾ ਦੀ ਬਖਸ਼ਿਸ਼ ਸਦਕਾ ਹੋਇਆ ਹੈ ਉਸ ਦਾ ਜ਼ਿਕਰ ਕਰ ਰਹੇ ਨੇ। ਪ੍ਰਮਾਤਮਾ ਦੀ ਉਪਜ ਐਸੀ ਹੈ ਕਿ ਉਸ ਦਾ ਕਿਸੇ ਪ੍ਰਕਾਰ ਵੀ ਕੋਈ ਅੰਤ ਨਹੀਂ ਜਾਣਿਆ ਜਾ ਸਕਦਾ। ਸਤਿਗੁਰੂ ਜੀ ਉਸ ਨੂੰ ਕਥ ਰਹੇ ਨੇ, ਹੇ ਮੇਰੇ ਮਾਲਕ, ਤੇਰੀਆਂ ਵਡਿਆਈਆਂ ਗਾਉਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਤੇ ਤੇਰੀ ਬਨਾਵਟ ਦਾ ਵੀ ਕੋਈ ਅੰਤ ਨਹੀਂ। ਅੱਜ ਜੋ ਤੁਸੀਂ ਬਹੁ-ਵਿਧ ਅਨੇਕ ਪ੍ਰਕਾਰ ਦੀ ਰਚਨਾ ਰਚੀ ਹੈ, ਇਸ ਨੂੰ ਅਸੀਂ ਕਿਤਨੇ ਭਾਂਤ ਨਾਲ ਵੀ ਜੇ ਕੱਥ ਦਈਏ ਤਾਂ ਵੀ ਇਸ ਦਾ ਕੋਈ ਅੰਤ ਨਹੀਂ ਹੈ। ਕੋਈ ਕਿਤਨਾ ਵੀ ਗਾ ਦਏ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾਵਾਰ। ਅਨੇਕ ਜੇ ਰਲ ਮਿਲ ਕੇ ਕਥਨ ਵੀ ਤਾਂ ਵੀ ਤੇਰੀਆਂ ਵਡਿਆਈਆਂ ਦਾ ਕੋਈ ਅੰਤ ਨਹੀਂ ਹੈ। ਤੂੰ ਕਿਸ ਤਰੀਕੇ ਨਾਲ ਸ੍ਰਿਸ਼ਟੀ ਰਚੀ ਹੈ ਇਸ ਨੂੰ ਫਿਰ ਵੀ ਕਥਿਆ ਨਹੀਂ ਜਾ ਸਕਦਾ। ਨਾਨਕ ਰਚਨਾ ਪ੍ਰਭ ਰਚੀ ਬਹੁ-ਵਿਧ ਅਨੇਕ ਪ੍ਰਕਾਰ। ਉਸ ਅਨੇਕ ਭਾਂਤ ਦੀ ਰਚਨਾ ਨੂੰ ਸਾਹਿਬ ਇਸ ਅਸ਼ਟਪਦੀ 'ਚ ਦ੍ਰਿਸ਼ਟਾ ਰਹੇ ਸਨ। ਪਿਛਲੇ ਪਦੇ 'ਚ ਅਸੀਂ ਵਿਚਾਰਿਆ ਸੀ ਵੀ ਕਿਤਨੇ ਬੈਰਾਗੀ ਹੋ ਗਏ ਨੇ ਜਿਨ੍ਹਾਂ ਦੀ ਅੰਤਰ ਨੂੰ ਲਿਵ ਲੱਗ ਗਈ ਹੈ, ਜਿਨ੍ਹਾਂ ਅੰਦਰੋਂ ਪ੍ਰਮਾਤਮਾ ਨੂੰ ਲੱਭ ਲਿਆ। ਕਈ ਐਸੇ ਵੀ ਨੇ ਆਤਮ ਮੈਂ ਪਾਰ ਬ੍ਰਹਮ ਰਹੰਤੇ। ਕਿਤਨਿਆਂ ਦੇ ਅੰਦਰ ਨਾਮ ਦੀ ਪਿਆਸ ਉਮੜੀ ਹੈ, ਉਹਨਾਂ ਨੂੰ ਮਾਲਕ ਮਿਲ ਪਿਆ। ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼। ਕਿਤਨੇ ਨੇ ਜੋ ਸਤ ਸੰਗਤ ਦੀ ਦਾਤ ਮੰਗ ਰਹੇ ਨੇ, ਜਿਨ੍ਹਾਂ ਨੂੰ ਅੰਦਰ ਦਾ ਰੰਗ ਲੱਗਾ, ਜਿਨ੍ਹਾਂ ਤੇ ਇਹ ਮੇਰੇ ਮਾਲਕ ਤੁਸੀਂ ਤਰੁੱਠਦੇ ਹੋ। ਜਿਨ ਕੋ ਹੋਏ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ। ਅੱਜ ਦੇ 7ਵੇਂ ਪਦੇ 'ਚ ਆਪ ਸ੍ਰਿਸ਼ਟੀ ਦਾ ਵਿਕਾਸ ਜੋ ਹੋਇਆ ਹੈ ਉਸ ਤੋਂ ਸ਼ੁਰੂਆਤ ਕਰ ਰਹੇ ਨੇ। ਕਈ ਕੋਟ ਖਾਣੀ ਹਰ ਖੰਡ। ਆਮ ਤੌਰ ਦੇ ਉੱਪਰ ਜੋ ਪੁਰਾਤਨ ਵੇਲੇ ਤੋਂ ਇੱਕ ਰੀਤ ਪ੍ਰਚਲਿਤ ਹੋਈ, ਸੰਸਾਰ ਤੇ ਆਏ ਹੋਏ ਵਿਦਵਾਨਾਂ ਨੇ ਗੱਲ ਕਹੀ ਵੀ ਪ੍ਰਮਾਤਮਾ ਨੇ ਉਤਪੱਤੀ ਦੇ 4 ਸਾਧਨ ਬਣਾਏ ਨੇ, 4 ਖਾਣੀਆਂ ਨੇ। ਇਸ ਤਰੀਕੇ ਦੇ ਨਾਲ ਇਸ ਨੂੰ ਸਾਰਿਆਂ ਨੇ ਹੀ ਦ੍ਰਿਸ਼ਟਾਂਤਾ। ਕਹਿੰਦੇ ਨੇ ਕੁਝ ਤੇ ਜੀਵ ਐਸੇ ਨੇ ਜੋ ਆਂਡਿਆਂ 'ਚੋਂ ਪੈਦਾ ਹੋ ਰਹੇ ਨੇ। ਬਹੁਤ ਸਾਰੇ ਪੰਛੀਆਂ ਦੇ ਬੱਚੇ ਲਗਭਗ ਅੰਡਜ ਤੋਂ ਪੈਦਾ ਹੋ ਰਹੇ। ਤਕਰੀਬਨ ਸਾਰੇ ਹੀ ਪੰਛੀਆਂ ਦੇ ਵਿੱਚ ਇੱਕੋ ਰੀਤ ਚੱਲ ਰਹੀ ਹੈ। ਫਿਰ ਪਸ਼ੂਆਂ ਦੇ ਵਿੱਚ ਆ ਜਾਈਏ ਤੇ ਮਨੁੱਖਾਂ 'ਚ ਆ ਜਾਈਏ, ਇੱਕ ਹੋਰ ਰੀਤ ਚੱਲ ਪਈ ਵੀ ਜ਼ੇਰਜ ਮਾਂ ਦੇ ਗਰਭ 'ਚੋਂ ਪੈਦਾ ਹੋ ਰਹੇ। ਫਿਰ ਜਦੋਂ ਕੀੜੇ ਮਕੌੜਿਆਂ ਵੱਲ ਤੱਕਿਆ ਗਿਆ ਤੇ ਦੇਖਿਆ ਵੀ ਇਹ ਤੇ ਪਸੀਨੇ 'ਚੋਂ, ਹਿਊਮਸ 'ਚੋਂ, ਹਿਊਮਿਡਿਟੀ 'ਚੋਂ ਪੈਦਾ ਹੋ ਰਹੇ। ਮੱਛਰ ਆਦਿ ਹੋਰ ਜਿਹੜੇ ਬਰਸਾਤਾਂ 'ਚ ਪੈਦਾ ਹੋ ਜਾਂਦੇ। ਚੌਥਾ ਤਰੀਕਾ ਜੋ ਪਤਾ ਲੱਗਾ ਉਹ ਕਹਿੰਦੇ ਜੀ ਜੋ ਧਰਤੀ 'ਚੋਂ ਉਪਜ ਹੋ ਰਹੀ ਹੈ, ਧਰਤੀ 'ਚ ਕੋਈ ਬੀਜ ਪਾਤਾ ਜਾਏ ਤੇ ਸਮੇਂ ਬਾਅਦ ਉਹ ਆਪੇ ਹੀ ਫੁੱਟ ਪੈਂਦਾ ਹੈ। ਸਾਰੀ ਹਰਿਆਵਲ ਜਿਤਨੀ ਪ੍ਰਾਕਿਰਤੀ ਹੈ ਸਭ ਧਰਤੀ 'ਚੋਂ ਪੈਦਾ ਹੋ ਰਹੀ ਹੈ। ਆਮ ਤੌਰ ਤੇ ਇਹ 4 ਹੀ ਤਰੀਕੇ ਮਿੱਥੇ ਗਏ ਸਨ ਵੀ ਪ੍ਰਮਾਤਮਾ ਨੇ ਉਤਪੱਤੀ ਦੇ 4 ਸਾਧਨ ਬਣਾਏ। ਪਰ ਅਸੀਂ ਜਪਜੀ ਬਾਣੀ ਦੇ ਵਿੱਚ ਵੀ ਸਾਹਿਬ ਦੇ ਬੋਲ ਪੜ੍ਹੇ ਨੇ। ਜਦੋਂ ਆਪ ਗਿਆਨ ਖੰਡ ਕਾਖੋ ਕਰਮ ਕਹਿੰਦੇ ਨੇ, ਉਸ 'ਚ ਇਹੀ ਕਹਿੰਦੇ ਨੇ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੈ ਘਾਟ ਕੜੀਆਂ, ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼। ਉਹ ਪਰਮਾਤਮਾ ਜੋ ਬੇਅੰਤ ਭਾਤ ਦੇ ਨਾਲ ਰਚਨਾ ਰਚ ਰਿਹਾ ਹੈ ਉਸ ਦੀ ਗੱਲ ਕਰਦੇ ਆਪ ਕਹਿੰਦੇ, ਕੇਤੀਆਂ ਖਾਣੀ ਕੇਤੀਆਂ ਬਾਣੀ। ਕਿਤਨੀਆਂ ਹੀ ਖਾਣੀਆਂ ਨੇ, ਕਿਤਨੀਆਂ ਹੀ ਬਾਣੀਆਂ ਨੇ। ਮੈਂ ਨਹੀਂ ਕਹਿ ਸਕਦਾ ਵੀ 4 ਖਾਣੀਆਂ 'ਚ ਪ੍ਰਮਾਤਮਾ ਨੇ ਰਚਨਾ ਸੀਮਤ ਕਰ ਦਿੱਤੀ। ਕੋਈ 4 ਖਾਣੀਆਂ 'ਚ ਪ੍ਰਮਾਤਮਾ ਨੇ ਰਚਨਾ ਸੀਮਤ ਨਹੀਂ ਕੀਤੀ।
ਉਸ ਦੀ ਉਤਪੱਤੀ ਤੇ ਮੈਨੂੰ ਚਾਰ ਸਾਧਨ ਸਮਝ ਆਏ ਨੇ। ਇਸ ਧਰਤੀ ਤੇ ਅਨੰਤ ਧਰਤੀਆਂ ਕੀਤੀਆਂ ਕਰਮ ਭੂਮੀ ਮੇਰ ਕੀਤੇ। ਸਾਹਿਬ ਕਹਿੰਦੇ ਕਿਤਨੀਆਂ ਹੀ ਕਰਮ ਭੂਮੀਆਂ ਨੇ, ਕਿਤਨੀਆਂ ਹੀ ਧਰਤੀਆਂ ਨੇ। ਫਿਰ ਜਦੋਂ ਅਨੰਤ ਧਰਤੀਆਂ ਨੇ ਤੇ ਫਿਰ ਅਨੰਤ ਉਤਪੱਤੀ ਦੇ ਸਾਧਨ ਵੀ ਹੋਣਗੇ। ਇਸ ਧਰਤੀ ਤੇ ਚਾਰ ਸਾਨੂੰ ਸਮਝ ਆਏ, ਅਸੀਂ ਕਹਿ ਦਿੱਤੇ, ਪਰ ਜ਼ਰੂਰੀ ਤੇ ਨਹੀਂ ਚਾਰ ਹੀ ਹੋਣਗੇ। ਇਸ ਲਈ ਸਾਹਿਬ ਕਹਿੰਦੇ ਕਈ ਕੋਟ ਖਾਣੀ ਅਰ ਖੰਡ। ਦੂਸਰਾ ਕਹਿੰਦੇ ਨੇ ਧਰਤੀ ਦੇ ਖੰਡ, ਆ ਟੁਕੜੇ ਦੇਸ਼, ਅਨੰਤ ਦੇਸ਼ ਨੇ, ਅਨੰਤ ਹੀ ਪੈਦਾਇਸ਼ ਦੇ ਸਾਧਨ ਨੇ। ਕਿਸੇ ਦੀ ਵੀ ਪੂਰਨ ਬਿਆਨਗੀ ਨਹੀਂ ਕੀਤੀ ਜਾ ਸਕਦੀ। ਕਈ ਕੋਟ ਆਕਾਸ਼ ਬ੍ਰਹਮੰਡ। ਸਾਹਿਬ ਕਹਿੰਦੇ ਨੇ ਅਸੀਂ ਇੱਕ ਆਕਾਸ਼ ਅਸੀਮ ਹੈ, ਇਸ ਦਾ ਹੀ ਅੰਤ ਨਹੀਂ ਜਾਣਿਆ। ਇੱਕ ਹੀ ਬ੍ਰਹਮੰਡ ਹੈ, ਇਸ ਦਾ ਅੰਤ ਨਹੀਂ ਜਾਣਿਆ। ਪਰਮਾਤਮਾ ਦੀ ਕੁਦਰਤ 'ਚ ਸਾਇੰਸ ਕਹਿੰਦੀ ਹੈ ਅਨੰਤ ਆਕਾਸ਼ ਅਨੰਤ ਬ੍ਰਹਮੰਡ ਹੋ ਸਕਦੇ ਨੇ। ਸਾਇੰਸ ਹੀ ਕਹਿਣ ਲੱਗ ਗਈ ਹੈ। ਤੇ ਗੁਰੂ ਸਾਹਿਬਾਨ ਤੇ ਇਤਨਾ ਸਮਾਂ ਪਹਿਲਾਂ ਹੀ ਕਹਿੰਦੇ ਨਹੀਂ, ਕਈ ਕੋਟ ਆਕਾਸ਼ ਬ੍ਰਹਮੰਡ। ਕਿਤਨੇ ਹੀ ਐਸੇ ਬ੍ਰਹਮੰਡ ਹੋ ਸਕਦੇ ਨੇ, ਕਿਤਨੇ ਹੀ ਹੋਰ ਆਕਾਸ਼ ਹੋ ਸਕਦੇ ਨੇ। ਪਰਮਾਤਮਾ ਇਤਨਾ ਛੋਟਾ ਨਹੀਂ ਹੈ ਕਿ ਉਹ ਇੱਕ ਹੀ ਬ੍ਰਹਮੰਡ ਬਣਾ ਸਕੇ। ਜਦ ਉਸਨੂੰ ਅਸੀਂ ਕਹਿ ਦਿੱਤਾ ਵੀ ਉਹ ਸਰਵ ਗੁਣ ਸੰਪੂਰਨ ਹੈ, ਸਭ ਤਾਕਤਾਂ ਦਾ ਮਾਲਕ ਹੈ, ਤੇ ਸਾਹਿਬ ਕਹਿੰਦੇ ਮੈਂ ਕਿਵੇਂ ਕਹਿਦਾ ਵੀ ਉਹਨੇ ਇੱਕੋ ਹੀ ਬ੍ਰਹਮੰਡ ਬਣਾਇਆ ਸੀ। ਉਸਦੀ ਤਾਕਤ ਤੇ ਫਿਰ ਸੀਮਿਤ ਹੋ ਗਈ। ਪਰਮਾਤਮਾ ਅਸੀਮ ਹੈ, ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਵੀ ਉਸਨੇ ਇਤਨਾ ਹੀ ਬਣਾਇਆ। ਆਪ ਕਹਿੰਦੇ ਨੇ ਕੋਟਾਨ ਆਕਾਸ਼ ਬ੍ਰਹਮੰਡ ਉਸਨੇ ਬਣਾਏ ਨੇ। ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ। ਪਰਮਾਤਮਾ ਦੀ ਇਸ ਕੁਦਰਤ ਦੇ ਵਿੱਚ ਸਾਹਿਬ ਕਹਿੰਦੇ ਨੇ ਕੋਈ ਇੱਕ ਅਵਤਾਰ ਨਹੀਂ ਹੋਇਆ, ਇੱਕ ਰੱਬੀ ਪੁਰਸ਼ ਨਹੀਂ ਹੈ, ਅਨੰਤ ਰੱਬੀ ਪੁਰਸ਼ ਹੋਏ ਨੇ। ਕਿਸ ਨੂੰ ਕਹੋਗੇ? ਇੱਕ ਈਸਾਈ ਪਾਦਰੀ ਨੇ ਇੱਕ ਕਹਾਣੀ ਲਿਖੀ ਹੈ। ਕਹਿੰਦੇ ਉਸਨੂੰ ਬੜਾ ਮਾਣ ਸੀ। ਮਾਨ ਸੀ ਵੀ ਮੈਂ ਬਹੁਤ ਸੇਵਾ ਕਰਦਾ ਹਾਂ, ਬੜਿਆਂ ਭੁੱਖਿਆਂ ਨੂੰ ਭੋਜਨ ਛਕਾਇਆ ਹੈ, ਬੜਿਆਂ ਦੁਖੀਆਂ ਨੂੰ ਹਸਪਤਾਲ ਪਹੁੰਚਾਇਆ ਹੈ, ਇਲਾਜ ਕਰਾਇਆ ਹੈ। ਮੈਂ ਜਿਸ ਦਿਨ ਜਾਵਾਂਗਾ ਉਸ ਦਿਨ ਤੇ ਮੈਂ ਤਰ ਹੀ ਜਾਵਾਂਗਾ, ਮੈਂ ਤੇ ਤਰ ਹੀ ਜਾਵਾਂਗਾ, ਮੈਨੂੰ ਕੌਣ ਰੋਕ ਲਏਗਾ। ਕਹਿੰਦੇ ਵੀ ਪਰਮਾਤਮਾ ਦੀ ਕੁਦਰਤ 'ਚ ਉਹ ਦਿਨ ਵੀ ਆ ਪਹੁੰਚਿਆ ਜਿਸ ਦਿਨ ਬੁਲਾਵਾ ਆ ਗਿਆ। ਉਹ ਰੱਬ ਦੀਆਂ ਭੇਜੀਆਂ ਹੋਈਆਂ ਸ਼ਕਤਾਂ ਕਹਿੰਦੇ ਉਸ ਨੂੰ ਲੈ ਤੁਰੀ। ਜਦੋਂ ਇਸ ਸੰਸਾਰ ਤੋਂ ਜਾਗ ਖੁੱਲੀ ਤੇ ਕਹਿੰਦੇ ਕੀ ਦੇਖਦਾ ਹੈ, ਇੱਕ ਬੜੇ ਵੱਡੇ ਦਰਵਾਜ਼ੇ ਦੇ ਬਾਹਰ ਖੜਾ ਹੈ, ਬੜੇ ਵੱਡੇ ਦਰਵਾਜ਼ੇ ਦੇ ਬਾਹਰ। ਉਹਨੂੰ ਇਉਂ ਭਾਸਿਆ ਵੀ ਰੱਬ ਦੇ ਘਰ ਦਾ ਹੀ ਦਰਵਾਜ਼ਾ ਲੱਗਦਾ, ਕਿਉਂਕਿ ਰੱਬ ਦੇ ਘਰ ਦਾ ਦਰਵਾਜ਼ਾ ਸੀ ਤੇ ਫਿਰ ਬਹੁਤ ਬੜਾ ਸੀ। ਕਿਸੇ ਆਮ ਘਰ ਦਾ ਬੂਹਾ ਹੋਏਗਾ ਤੇ ਛੋਟਾ ਜਿਹਾ ਹੋਏਗਾ, ਹੁਣ ਰੱਬ ਦਾ ਘਰ ਤੇ ਬਹੁਤ ਵੱਡਾ, ਦਰਵਾਜ਼ਾ ਵੀ ਬੜਾ ਵੱਡਾ। ਉਹ ਸਿਰਫ ਤੇ ਸਿਰਫ ਇੱਕ ਕੀੜੀ ਮਾਤਰ ਹੈ ਉਸ ਬੂਹੇ ਅੱਗੇ। ਇੰਨਾ ਵੱਡਾ ਦਰਵਾਜ਼ਾ ਹੈ, ਕੋਈ ਸਿਰਾ ਨਹੀਂ ਦਿਸਿਆ ਰਿਹਾ। ਜਿਵੇਂ ਸਾਡੇ ਬੂਹੇ ਤੇ ਕੋਈ ਕੀੜੀ ਆ ਜਾਏ ਤੇ ਸਾਨੂੰ ਕੀ ਪਤਾ ਲੱਗੇਗਾ। ਬੂਹੇ ਤੇ ਬੜਾ ਖੜਖੜਾਇਆ, ਬੜੀ ਆਵਾਜ਼ ਮਾਰੀ, ਪਰ ਕਿੱਥੇ ਆਵਾਜ਼ ਆਪਣੀ ਕੀੜੀ ਦੀ ਆਵਾਜ਼ ਸਾਡੇ ਤੱਕ ਆਏਗੀ ਨਹੀਂ। ਪਹਿਲ ਤੇ ਉਸਨੂੰ ਗੁਮਾਨ ਸੀ ਵੀ ਮੈਨੂੰ ਆਪ ਦੇਵਦੂਤ ਲੈਣ ਆਉਣਗੇ, ਪਰ ਉੱਥੇ ਕੋਈ ਵੀ ਨਹੀਂ ਆਇਆ। ਸਾਰੇ ਦਾ ਸਾਰਾ ਅਹੰਕਾਰ ਚੂਰ ਹੋ ਗਿਆ। ਜਦ ਕੋਈ ਵੀ ਲੈਣ ਨਹੀਂ ਆਇਆ, ਉਹਨੂੰ ਇਉਂ ਲੱਗਾ ਵੀ ਸ਼ਾਇਦ ਮੈਨੂੰ ਭੁੱਲ ਗਏ, ਹੁਣ ਉਡੀਕ ਕਰ ਰਿਹਾ। ਉਹ ਕਹਿੰਦੇ ਅਨੰਤ ਸਮਾਂ ਉਡੀਕ 'ਚ ਲੰਘ ਗਿਆ। ਸਾਰੇ ਦਾ ਸਾਰਾ ਅਹੰਕਾਰ ਚੂਰ ਹੋ ਰਿਹਾ, ਸੁੰਗੜ ਗਿਆ। ਇੱਕ ਦਿਨ ਅਚਨਚੇਤ ਦਰਵਾਜ਼ਾ ਖੁੱਲਿਆ।
ਕਹਾਣੀ 'ਚ ਲਿਖਦਾ ਹੈ, ਇਤਨਾ ਅਨੰਤ ਪ੍ਰਕਾਸ਼ ਵਾਲਾ ਕੋਈ ਵਿਅਕਤੀ ਬਾਹਰ ਨਿਕਲਿਆ। ਅਨੰਤ ਪ੍ਰਕਾਸ਼ ਕਿਉਂ ਜਾਣੋ ਹਜ਼ਾਰਾਂ ਸੂਰਜ ਚੜ੍ਹ ਗਏ। ਉਹਨੂੰ ਲੱਗਾ ਵੀ ਰੱਬ ਹੀ ਆ ਗਿਆ। ਉਹ ਕਹਿੰਦੇ ਪਰਮਾਤਮਾ, ਗੋਡ। ਕਹਿੰਦਾ ਨਹੀਂ, ਮੈਂ ਤਾਂ ਸਿਰਫ ਉਹਦੇ ਦਰ ਦਾ ਇੱਕ ਛੋਟਾ ਜਿਹਾ ਸੇਵਕ ਹਾਂ। ਤੂੰ ਕਿਵੇਂ? ਕਹਿੰਦਾ ਜੀ ਮੈਂ ਧਰਤੀ ਤੋਂ ਆਇਆ, ਮੈਂ ਧਰਤੀ ਤੋਂ ਆਇਆ ਹਾਂ। ਉਹਨੇ ਕਿਹਾ ਜੀ ਕਿਹੜੀ ਧਰਤੀ ਤੋਂ ਆਇਆ ਹੈ? ਨੰਬਰ ਦੱਸੋ ਧਰਤੀ ਦਾ। ਕਹਿੰਦੇ ਹੈ ਧਰਤੀ ਦਾ ਕੀ ਨੰਬਰ ਦੱਸੀ, ਧਰਤੀ ਤੋਂ ਹੀ ਆਇਆ। ਉਹ ਕਹਿੰਦੇ ਹਜ਼ਾਰਾਂ ਧਰਤੀਆਂ, ਤੂੰ ਕਿਹੜੀ ਧਰਤੀ ਤੋਂ ਆਇਆ? ਕਹਿੰਦੇ ਮੈਂ ਉਸ ਧਰਤੀ ਤੋਂ ਆਇਆ ਜਿੱਥੇ ਸਾਡਾ ਛਡਾਉਣਹਾਰ ਈਸਾ ਕਿਹਾ ਜਾਂਦਾ। ਉਹ ਕਹਿੰਦੇ ਸਾਰੀਆਂ ਧਰਤੀਆਂ ਤੇ ਈਸਾ ਬੈਠੇ ਨੇ, ਸਾਰੀਆਂ ਧਰਤੀਆਂ ਤੇ ਨਾਨਕ ਬੈਠੇ ਨੇ, ਤੂੰ ਕਿੱਧਰੋਂ ਆਇਆ? ਚਲੋ ਖੋਜ ਕਰਕੇ ਆਉਂਦੇ। ਅਨੰਤ ਕਾਲ ਨਿਕਲ ਗਿਆ। ਉਹ ਦਰਵਾਜ਼ੇ ਤੇ ਖੜਾ ਥੱਕ ਗਿਆ। ਉਸ ਥਕਾਟ ਤੇ ਜਦੋਂ ਕੁਛ ਨਹੀਂ ਭਾਲ ਹੋਇਆ ਤੇ ਜਾਗ ਖੁੱਲ ਗਈ। ਜਾਗ ਖੁੱਲੀ, ਦੇਖ ਰਿਹਾ ਤੇ ਸੁਪਨਾ ਸੀ। ਫਿਰ ਉਸ ਸੁਪਨੇ ਨੂੰ ਉਸਨੇ ਆਪਣੀ ਕਹਾਣੀ ਦਾ ਰੂਪ ਦਿੱਤਾ ਵੀ ਸੱਚਮੁੱਚ ਜਾਣੋ ਸੁਪਨਾ ਨਹੀਂ ਸੀ, ਇਹ ਹਕੀਕਤ ਹੈ। ਮੈਂ ਜਿਸ ਦਾ ਮਾਣ ਕਰੀ ਜਾ ਰਿਹਾ ਹਾਂ, ਮੈਂ ਇਸ ਧਰਤੀ ਤੇ ਹਾਂ, ਮੈਂ ਫਲਾਣੇ ਦਾ ਪੁਜਾਰੀ ਹਾਂ, ਮੈਂ ਭਗਤ ਹਾਂ। ਪਰਮਾਤਮਾ ਜਿਸ ਨੇ ਕਰੋੜ ਬ੍ਰਹਿਮੰਡ ਬਣਾਏ ਹੋਏ ਨੇ, ਉਸੇ ਦੀ ਕੁਦਰਤ ਦੇ ਵਿੱਚ ਸਾਹਿਬ ਕਹਿੰਦੇ ਨੇ ਕਈ ਕੋਟ ਹੋਏ ਅਵਤਾਰ, ਅਨੰਤ ਹੀ ਅਵਤਾਰ ਫਿਰ ਰਹੇ ਨੇ। ਕਿਸ ਨੂੰ ਕਹੇਗਾ ਵੀ ਇਹੀ ਵੱਡਾ ਅਵਤਾਰ ਹੈ? ਜਿਸ ਨੇ ਜਾਣਿਆ ਸਭ ਹੀ ਰੱਬ ਦੇ ਪਿਆਰੇ। ਅਸੀਂ ਕਿੱਦਾਂ ਕਹਿ ਦਾਂਗੇ ਵੀ ਸਾਡੇ ਹੀ ਵਾਲੇ ਬਸ ਤਗੜੇ ਨੇ, ਬਾਕੀ ਸਭ ਨੀਵੇਂ ਨੇ? ਜਿਸ ਨੇ ਰੱਬ ਨੂੰ ਪਾਲਿਆ ਸਭ ਬਰਾਬਰ ਨੇ। ਸੋਚ ਅਲੱਗ ਹੋ ਸਕਦੀ ਹੈ, ਭਗਤੀ ਦਾ ਤਰੀਕਾ ਅਲੱਗ ਹੋ ਸਕਦਾ ਹੈ, ਪਰ ਪਾਇਆ ਤੇ ਉਸੇ ਇੱਕੇ ਨੂੰ ਹੈ। ਅਨੰਤ ਹੀ ਨੇ ਜੋ ਅਵਤਾਰ ਹੋਏ ਨੇ, ਜਿਨ੍ਹਾਂ ਪ੍ਰਮਾਤਮਾ ਦੀ ਬੰਦਗੀ ਕਰਕੇ ਉਸ ਨੂੰ ਪਾ ਲਿਆ। ਕੋਈ ਨਾ ਮਾਣ ਕਰਿਓ ਵੀ ਸਾਡੇ ਵਾਲਾ ਹੀ ਵੱਡਾ ਹੈ। ਹਾਂ, ਪਰ ਇਹ ਗੱਲ ਹਮੇਸ਼ਾ ਯਾਦ ਰੱਖੇ, ਜਿਸ ਮਗਰ ਮੈਂ ਲੱਗਾ ਹਾਂ ਉਸ ਮਗਰ ਪੂਰਨ ਤੌਰ ਤੇ ਲੱਗ ਜਾਵਾਂ। ਮੈਨੂੰ ਇਹੀ ਮੰਜ਼ਿਲ ਤੱਕ ਲੈ ਕੇ ਜਾਏਗਾ। ਇਸ ਲਈ ਮੇਰੇ ਲਈ ਮੇਰਾ ਨਾਨਕ ਹੀ ਸਭ ਤੋਂ ਵੱਡਾ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮੈਨੂੰ ਕੋਈ ਅਕਲ ਨਹੀਂ ਹੈ, ਕੋਈ ਗਿਆਨ ਧਿਆਨ, ਕੋਈ ਕਰਮ ਨਹੀਂ ਆਉਂਦਾ। ਬਸ ਮੈਂ ਗੁਰੂ ਦੇ ਲੜ ਲੱਗਿਆ ਹਾਂ। ਗੁਰੂ ਮੇਰਾ ਵੱਡਾ ਹੈ, ਜਿਸ ਨੇ ਮੇਰੀ ਪੈਜ ਰੱਖ ਲਈ ਹੈ। ਹਰੇਕ ਗੁਰੂ ਵੱਡਾ ਹੈ, ਜਿਸ ਦੀ ਤੁਸੀਂ ਗੱਲ ਮੰਨ ਲਓ। ਜੇ ਮੰਨੀ ਨਾ ਤੇ ਕੋਈ ਗੁਰੂ ਵੱਡਾ ਨਹੀਂ, ਕਿਉਂਕਿ ਕੋਈ ਗੁਰੂ ਫਿਰ ਮੈਨੂੰ ਪਾਰ ਨਹੀਂ ਲਾ ਸਕਦਾ ਜੇ ਮੈਂ ਮੰਨ ਹੀ ਨਹੀਂ ਰਿਹਾ। ਮੰਨਾਂਗਾ ਤੇ ਸਾਰੇ ਗੁਰੂ ਪੂਰੇ ਨੇ, ਜਿਸ ਦੀ ਮੈਂ ਮੰਨ ਲਵਾਂ। ਮੇਰੇ ਲਈ ਮੇਰਾ ਗੁਰੂ ਸਭ ਤੋਂ ਵੱਡਾ ਹੈ, ਜਿਸ ਦੇ ਮੈਂ ਆਸਰੇ ਚੱਲ ਰਿਹਾ ਹਾਂ, ਜਿਸ ਦੇ ਮਗਰ ਹੋ ਲਏ, ਜਿਸ ਨੇ ਸਭ ਦਿੱਤਾ ਹੋਇਆ ਹੈ। ਸਰੀਰ ਦਿੱਤਾ ਹੈ, ਭੋਜਨ ਦਿੱਤਾ ਹੈ, ਪਦਾਰਥ ਦਿੱਤੇ ਹੋਏ ਨੇ, ਜਿਸ ਨੇ ਜੀਵਨ ਨੂੰ ਸਾਰਥਕ ਬਣਾਇਆ ਹੈ। ਸ਼ੁਕਰ ਗੁਜ਼ਾਰ ਰਿਹਾ ਮੈਂ ਗੁਰੂ ਦੀ ਕਿਰਪਾ ਸਦਕਾ ਉਸ ਦਾ। ਪਰਮਾਤਮਾ ਦੀ ਇਸ ਅਨੰਤ ਕੁਦਰਤ 'ਚ ਅਨੰਤ ਅਵਤਾਰ ਨੇ, ਕਈ ਜੁਗਤ ਕੀਨੋ ਵਿਸਥਾਰ। ਅਨੰਤ ਵਾਰ ਇਹ ਧਰਤੀ ਵਸੀ ਹੈ, ਤੇ ਜੁਗਤੀਆਂ ਦੇ ਨਾਲ ਫਿਰ ਤੁਸੀਂ ਇਹ ਸਾਰਾ ਖਿਲਾਰਾ ਖਿਲਾਰਿਆ। ਇੱਕ ਜੁਗਤੀ ਦੇ ਨਾਲ ਨਹੀਂ ਖਿਲਾਰਾ ਹੋਇਆ, ਅਨੰਤ ਜੁਗਤੀਆਂ ਨੇ ਪਸਾਰੇ ਦੀਆਂ। ਸਾਰੇ ਥਾਵਾਂ ਤੇ ਇੱਕੋ ਨਿਯਮ ਕਾਬੂ ਨਹੀਂ ਕਰੇਗਾ। ਸਾਰੇ ਪਸ਼ੂ ਗੂੰਗੇ ਨਹੀਂ ਹਨ, ਕੁਛ ਬੋਲ ਵੀ ਲੈਂਦੇ ਨੇ, ਕਈਆਂ 'ਚ ਹੈ ਕੋਈ ਆਪਣੀ ਅਲੱਗ ਤਰੀਕੇ ਦੀ ਆਵਾਜ਼ ਕੱਢ ਕੇ ਆਪਣੀ ਬਰਾਦਰੀ ਨੂੰ, ਆਪਣੇ ਸਾਥੀਆਂ ਨੂੰ ਬੁਲਾਉਣਾ ਜਾਣਦੇ। ਸਾਰਿਆਂ ਦੀ ਸਮਝ ਐਸੀ ਇੱਕੋ ਜਿਹੀ ਨਹੀਂ ਹੈ। ਕਈ ਬਹੁਤ ਹੁਸ਼ਿਆਰ ਚਲਾਕ ਨੇ, ਕਈ ਬਿਲਕੁਲ ਹੀ ਮੰਦਬੁੱਧੀ ਨੇ।
ਮਨੁੱਖਾਂ 'ਚ ਵੀ ਐਸਾ ਹੀ ਹੈ, ਪਸ਼ੂਆਂ 'ਚ ਵੀ, ਪੰਛੀਆਂ 'ਚ ਵੀ। ਆਮ ਕਰਕੇ ਅਸੀਂ ਇੱਕ ਕਾਂ ਦੇ ਬਾਬਤ ਕਹਾਣੀ ਸੁਣਦੇ ਰਹਿੰਦੇ ਹਾਂ ਜੀ। ਉਹ ਕਾਂ ਨੇ ਰੋੜੇ ਪਾ ਪਾ ਕੇ ਪਾਣੀ ਤਾਂ ਲੈਣ ਦਾ ਪੀ ਲਿਆ। ਤੇ ਕਹਾਵਤਾਂ ਨੇ ਪਰ ਸੱਚ ਹਨ। ਕਾਂ ਨੂੰ ਪ੍ਰਮਾਤਮਾ ਨੇ ਹੁਸ਼ਿਆਰੀ ਦਿੱਤੀ। ਸੜਕ ਕਿਨਾਰੇ ਇੱਕ ਪਾਣੀ ਦਾ ਪਿਆਲਾ ਪਿਆ ਹੋਇਆ ਸੀ ਤੇ ਉਹਦੇ ਕਿਨਾਰੇ ਤੇ ਕੁਝ ਰੋਟੀਆਂ ਕੋਈ ਚੂਰ ਕੇ ਸਿੱਟ ਗਿਆ ਸੀ, ਤੋੜ ਕੇ, ਪਰ ਧੁੱਪ ਪੈਣ ਦੇ ਨਾਲ ਉਹ ਸੁੱਕ ਗਈਆਂ ਸਨ, ਆਕੜ ਗਈਆਂ ਸਨ। ਤੇ ਮੈਂ ਆਪਣੀ ਅੱਖੀਂ ਦੇਖ ਰਿਹਾ ਵੀ ਖੜਾ ਹੋਇਆ ਵੀ ਕਾਂ ਸੁੱਕੀ ਰੋਟੀ ਨੂੰ ਤੇ ਖਾ ਨਹੀਂ ਪਾ ਰਿਹਾ। ਉਹ ਕੀ ਕਰ ਰਿਹਾ, ਪਹਿਲਾਂ ਸੁੱਕੀਆਂ ਰੋਟੀਆਂ ਦੇ ਟੁਕੜੇ ਚੁੱਕ ਕੇ ਪਾਣੀ 'ਚ ਸੁੱਟ ਰਿਹਾ, ਫਿਰ ਜਦੋਂ ਗਿੱਲੀਆਂ ਹੋ ਰਹੀਆਂ ਫਿਰ ਉਸਨੂੰ ਚਬਾ ਕੇ ਖਾ ਰਿਹਾ। ਜਿਤਨੀ ਮਨੁੱਖ ਨੂੰ ਵੀ ਅਕਲ ਨਹੀਂ ਹੈ, ਉਸ ਤੋਂ ਵੱਧ ਕਾਂ ਤੇਜ ਹੈ। ਉਸਨੂੰ ਪਤਾ ਮੇਰਾ ਭੋਜਨ ਕਿਵੇਂ ਮਿਲ ਸਕਦਾ। ਪਰਮਾਤਮਾ ਨੇ ਅਨੰਤ ਜੁਗਤੀਆਂ ਬਣਾਈਆਂ, ਕਿਸੇ ਨੂੰ ਕਿਸੇ ਪ੍ਰਕਾਰ ਦਾ ਗਿਆਨ ਦੇ ਦਿੱਤਾ, ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਭੁੱਖਾ ਨਾ ਰਹਿ ਜਾਏ, ਕੋਈ ਭੁੱਖਾ ਨਾ ਰਹਿ ਜਾਏ। ਅਨੰਤ ਤਰੀਕੇ ਦੇ ਆਲਣੇ ਬਣਾਉਣ ਦੀਆਂ ਜੁਗਤਾਂ ਚਿੜੀਆਂ ਨੂੰ ਬਖਸ਼ਤੀਆਂ ਪ੍ਰਮਾਤਮਾ ਨੇ। ਤੇ ਆਲਣੇ ਕਿਸ ਖਾਤਰ ਨੇ? ਹਵਾ ਤੋਂ, ਮੀਂਹ ਤੋਂ ਬਚਣ ਲਈ ਨਹੀਂ ਹਨ, ਆਪਣੇ ਆਂਡਿਆਂ ਨੂੰ ਹੋਰ ਦੂਸਰੇ ਪੰਛੀਆਂ ਤੋਂ ਬਚਾਉਣ ਖਾਤਰ ਨੇ। ਜਿਤਨਾ ਕੋਈ ਦੁਰਲਭ ਪੰਛੀ ਹੈ ਉਹਦਾ ਓਨਾ ਹੀ ਆਲਣਾ ਜ਼ਿਆਦਾ ਵਧੀਆ ਹੈ। ਘੁੱਗੀਆਂ, ਗਟਾਰਾਂ ਜਿਹੜੇ ਬਹੁਤ ਜ਼ਿਆਦਾ ਆਂਡੇ ਦਿੰਦੀਆਂ ਨੇ, ਉਹਨਾਂ ਦੇ ਕੋਈ ਆਲਣੇ ਨਹੀਂ, ਜਿੱਥੇ ਮਰਜ਼ੀ ਕਬੂਤਰ ਬੈਠ ਜਾਂਦੇ, ਕਿਉਂਕਿ ਉਹ ਰੋਜ਼ ਆਂਡਾ ਦੇ ਸਕਦੇ ਨੇ, ਇੰਨਾ ਜ਼ਿਆਦਾ ਉਸ ਨੂੰ ਸੰਭਾਲ ਦੀ ਲੋੜ ਨਹੀਂ। ਫਿਰ ਤੇ ਅਨੰਤ ਕਬੂਤਰ ਹੋ ਜਾਣਗੇ, ਗਿਣਤੀ ਤੋਂ ਬਾਹਰ। ਥੋੜੇ ਜਿਹੇ ਬਚ ਜਾਂਦੇ ਨੇ ਬੱਚੇ, ਉਹਨਾਂ ਚੋਂ ਨਿਕਲੇ ਹੁੰਦੇ। ਪਰਮਾਤਮਾ ਨੇ ਸਾਰਿਆਂ ਦੀ ਜੁਗਤੀ ਬਣਾਈ ਹੋਈ, ਬਹੁਤਾਤ ਵੀ ਨਾ ਹੋ ਜਾਏ, ਘਾਟ ਵੀ ਨਾ ਪੈ ਜਾਏ, ਸਭ ਨੂੰ ਜੁਗਤੀ ਦਿੱਤੀ ਹੋਈ ਹੈ। ਹੇ ਮਾਲਕ ਜੀ, ਤੁਸੀਂ ਜੇ ਅਨੰਤ ਅਵਤਾਰ ਬਣਾਏ ਨੇ, ਅਨੰਤ ਜੁਗਤੀਆਂ ਦੇ ਨਾਲ ਇਸ ਧਰਤੀ ਦਾ ਵਿਸਥਾਰ ਵੀ ਕੀਤਾ ਹੈ। ਇੱਕ ਵਾਰ ਨਹੀਂ, ਕਈ ਵਾਰ ਪਸਰਿਓ ਪਾਸਾਰ। ਕਈ ਵਾਰੀ ਧਰਤੀ ਬਣੀ, ਢਹੀ, ਫਿਰ ਬਣੀ, ਫਿਰ ਢਹੀ। ਅਸੀਂ ਕਹਿ ਦਿੰਦੇ ਜਿੱਥੇ ਹੈ ਇਹਨੂੰ ਪਟਿਆ ਗਿਆ, ਇੱਥੋਂ ਮਿੱਟੀ ਪੁੱਟੀ ਗਈ ਤੇ ਹੇਠੋਂ ਘਰ ਨਿਕਲ ਰਹੇ ਨੇ, ਭਾਂਡੇ ਨਿਕਲ ਰਹੇ ਨੇ। ਭਾਵ ਇੱਥੇ ਪਹਿਲਾਂ ਦੁਨੀਆ ਵਸ ਚੁੱਕੀ ਹੈ, ਹੁਣ ਦੁਬਾਰਾ ਵਸ ਰਹੀ ਹੈ। ਕਿਤਨੀ ਵਾਰੀ ਪ੍ਰਮਾਤਮਾ ਨੇ ਸਮੇਟ ਲਿਆ ਹੈ, ਫਿਰ ਪਸਾਰਿਆ। ਚੌਪਈ 'ਚ ਅਸੀਂ ਰੋਜ਼ਾਨਾ ਪੜ੍ਹਦੇ ਹਾਂ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਪਸਾਰਾ ਵੀ ਤੂੰ ਪਸਾਰਦਾ, ਸਮੇਟ ਵੀ ਲੈਣਾ, ਸਭ ਕੁਛ ਮਿਲ ਵੀ ਤੇਰੇ 'ਚ ਜਾਂਦਾ। ਇਸ ਲਈ ਪਸਾਰਾ ਵੀ ਕਈ ਵਾਰ ਪਸਰਿਆ, ਕਈ ਜੁਗਤੀਆਂ ਨਾਲ ਵਿਸਥਾਰ ਵੀ ਹੋਇਆ। ਅਨੰਤ ਅਵਤਾਰ ਨੇ, ਅਨੰਤ ਆਕਾਸ਼ ਬ੍ਰਹਿਮੰਡ ਨੇ, ਅਨੰਤ ਉਤਪੱਤੀ ਦੇ ਸਾਧਨ ਨੇ। ਪਰ ਸਾਹਿਬ ਕਹਿੰਦੇ ਨੇ, ਯਾਦ ਰੱਖਿਓ, ਸਦਾ ਸਦਾ ਇੱਕ ਏਕੰਕਾਰ। ਪ੍ਰਮਾਤਮਾ ਹਰ ਵਾਰ ਇੱਕੋ ਹੀ ਹੈ, ਉਹ ਅਨੰਤ ਨਹੀਂ ਹਨ, ਉਹ ਇੱਕ ਹੀ ਹੈ। ਉਸ ਨੂੰ ਪ੍ਰਾਪਤੀ ਦਾ ਵੀ ਇੱਕ ਹੀ ਤਰੀਕਾ ਹੈ, ਜਿਵੇਂ ਉਹਨੂੰ ਭਾ ਜਾਏ। ਉਹਦਾ ਇੱਕੋ ਹੀ ਦਵਾਰ ਹੈ, ਅਨੰਤ ਦਵਾਰ ਨਹੀਂ ਹੈ। ਅਨੰਤ ਦਵਾਰ ਇਸ ਮਨ ਦੇ ਹੋਣਗੇ, ਉਲਝਣ ਦੇ ਅਨੰਤ ਦਵਾਰ ਹੋਣਗੇ, ਮਿਲਣ ਦਾ ਇੱਕ ਹੀ ਦਵਾਰ ਹੋਏਗਾ। ਵਿਸਥਾਰ ਹੋ ਰਿਹਾ ਹੈ, ਸਾਹਿਬ ਕਹਿੰਦੇ ਪਰ ਏਕੰਕਾਰ ਇੱਕ ਹੀ ਹੈ। ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਬ੍ਰਹਮਾਹੇ ਸਮਾਤ। ਅਨੰਤ ਜੀਵ ਬਣਾਏ ਨੇ ਤੇ ਅਨੰਤ ਭਾਂਤ ਨਾਲ ਬਣਾਏ ਨੇ। ਇੱਕ ਜੂਨ ਦੂਸਰੀ ਜੂਨ ਦੇ ਨਾਲ ਨਹੀਂ ਰਲਦੀ। ਹਰੇਕ ਪੰਛੀ ਅਲੱਗ ਅਲੱਗ ਨੇ, ਅਲੱਗ ਅਲੱਗ ਆਹਾਰ ਨੇ, ਅਲੱਗ ਅਲੱਗ ਪੰਛੀਆਂ ਦਾ ਰਹਿਣ ਸਹਿਣ ਹੈ। ਸਾਰੇ ਪੰਛੀ ਇੱਕੋ ਜਿਹਾ ਭੋਜਨ ਨਹੀਂ ਖਾਂਦੇ, ਸਾਰੇ ਪੰਛੀ ਇੱਕੋ ਜਿਹਾ ਭੋਜਨ ਨਹੀਂ ਖਾਂਦੇ। ਹਰੇਕ ਦੀ ਆਪਣੀ ਰਵਾਇਤ ਹੈ। ਪਾਣੀ ਦੇ ਜੀਵ ਵੱਖਰੇ ਨੇ, ਧਰਤੀ ਦੇ ਵੱਖਰੇ ਨੇ, ਉੱਡਣ ਵਾਲੇ ਪੰਛੀ ਅਲੱਗ ਨੇ। ਹੇ ਮੇਰੇ ਪ੍ਰਮਾਤਮਾ ਜੀ,
ਤੁਸੀਂ ਅਨਕ ਭਾਂਤ ਦੇ ਨਾਲ ਇਹ ਵਿਸਥਾਰ ਕੀਤਾ ਹੈ। ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਬ੍ਰਹਮਾਹੇ ਸਮਾਤ। ਪਰ ਇਹ ਅਟਲ ਸੱਤ ਹੈ, ਸਾਰਾ ਕੁਝ ਤੇਰੇ ਤੋਂ ਬਣਿਆ ਹੈ ਤੇ ਤੇਰੇ 'ਚ ਹੀ ਲੀਨ ਹੋਏਗਾ। ਸਾਰੀ ਦੀ ਸਾਰੀ ਉਪਜ ਏਕੇ ਤੋਂ ਹੈ ਤੇ ਸੰਪੂਰਨਤਾ ਵੀ ਏਕੇ ਤੇ ਹੀ ਹੈ। ਐਸਾ ਨਹੀਂ ਹੋਏਗਾ ਵੀ ਬਣਾਉਣ ਵਾਲਾ ਕੋਈ ਹੋਰ ਹੈ ਤੇ ਢਾਉਣ ਵਾਲਾ ਕੋਈ ਹੋਰ। ਤੂੰ ਹੀ ਬਣਾਇਆ ਹੈ, ਤੇਰੇ 'ਚ ਹੀ ਸਮਾਵਾਂਗੇ। ਇਸ ਲਈ ਸਾਹਿਬ ਬਾਰ-ਬਾਰ ਕਹਿੰਦੇ ਨੇ, ਚੰਗਿਆਈਆਂ ਕਰੋਗੇ ਤੇ ਜਲਦੀ ਸਮਾ ਜਾਓਗੇ, ਨੇਕੀਆਂ ਹੋਣਗੀਆਂ ਤੇ ਉਲਝਣ ਨਹੀਂ ਹੋਏਗੀ। ਜਿਵੇਂ ਅਸੀਂ ਪਿੱਛੇ ਵਿਚਾਰਿਆ ਸੀ ਵੀ ਕਈ ਜੋਨੀ ਭਰਮਾਹੇ, ਕਈ ਕੋਟ ਜੋਨੀ ਭਰਮਾਹੇ, ਅਨੰਤ ਜੂਨਾਂ 'ਚ ਭਟਕ ਰਹੇ। ਜੇ ਚੰਗਿਆਈਆਂ ਪੱਲੇ ਹੋਣਗੀਆਂ ਤੇ ਭਟਕਣਾ ਵੱਧ ਜਾਏਗੀ, ਸਮਾ ਜਾਣਗੇ। ਪਰ ਜੇ ਨਾ ਹੋਈਆਂ ਚੰਗਿਆਈਆਂ ਪੱਲੇ ਤੇ ਫਿਰ ਭਟਕਣਾ ਚੱਲਦੀ ਰਹੇਗੀ, ਜੋਨੀ ਭਰਮਣਾ ਚੱਲਦਾ ਰਹੇਗਾ। ਬਣਾਇਆ ਉਸਨੇ ਹੈ, ਸਮਾਪਤੀ ਉਸ 'ਚ ਸਮਾ ਕੇ ਹੀ ਹੋਣੀ ਹੈ। ਕੋਈ ਅੱਜ ਸਮਾ ਜਾਏ, ਕੋਈ ਭਲਕੇ ਸਮਾ ਜਾਏ, ਜਦੋਂ ਜਾਣ ਜਾਏ। ਤਾਕਾ ਅੰਤ ਨ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਪਰ ਮੈਂ ਹੇ ਪ੍ਰਮਾਤਮਾ ਤੇਰੇ ਬਾਬਤ ਕੀ ਕਹਾਂ, ਮੈਂ ਤਾਂ ਤੇਰੀ ਕੁਦਰਤ ਦਾ ਹੀ ਅੰਤ ਨਹੀਂ ਜਾਣਦਾ। ਅੱਜ ਜੋ ਅਸੀਂ ਬਿਆਨਗੀਆਂ ਕਰ ਰਹੇ ਹਾਂ, ਇਹਦਾ ਹੀ ਸਾਨੂੰ ਨਹੀਂ ਪਤਾ ਸਾਰਾ। ਸਾਹਿਬ ਕਹਿੰਦੇ ਤੇਰੀ ਕੁਦਰਤ ਦਾ ਹੀ ਸਾਨੂੰ ਅੰਤ ਨਹੀਂ ਪਤਾ ਤੇ ਤੇਰਾ ਅੰਤ ਕੋਈ ਕੀ ਜਾਣੇਗਾ। ਕੁਦਰਤ ਤੇਰਾ ਇੱਕ ਹਿੱਸਾ ਹੈ, ਸਾਰੀ ਨਹੀਂ। ਸਾਰੀ ਕੁਦਰਤ ਹੀ ਨਹੀਂ ਹੈ। ਸਾਹਿਬ ਇਹ ਕਹਿੰਦੇ ਨੇ ਬਲਹਾਰੀ ਕੁਦਰਤ ਵਸਿਆ। ਮੈਂ ਬਲਹਾਰ ਜਾਣਾ, ਤੂੰ ਕੁਦਰਤ ਵਿੱਚ ਵਸਿਆ ਹੋਇਆ ਹੈ, ਪਰ ਤੂੰ ਕੁਦਰਤ ਨਹੀਂ ਹੈ। ਜੇ ਕੋਈ ਕਹੇ ਰੱਬ ਕੁਦਰਤ ਹੀ ਹੈ, ਹੋਰ ਕੁਛ ਵੀ ਨਹੀਂ, ਤੇ ਮੂਰਖਤਾ ਹੋ ਜਾਏਗੀ। ਬੜੇ ਲੋਕ ਕਹਿਣ ਲੱਗ ਗਏ ਨੇ ਇਸ ਤਰੀਕੇ ਨਾਲ ਵੀ ਸਭ ਕੁਝ ਆਹੀ ਨੇਚਰ ਹੀ ਹੈ, ਪ੍ਰਕਿਰਤੀ ਹੀ ਹੈ। ਪ੍ਰਕਿਰਤੀ ਪ੍ਰਮਾਤਮਾ ਦਾ ਇੱਕ ਰੂਪ ਹੈ। ਫਿਰ ਜਿਨ੍ਹਾਂ ਧਰਤੀਆਂ ਤੇ, ਜਿਨ੍ਹਾਂ ਗ੍ਰਹਿਾਂ ਤੇ ਪ੍ਰਕਿਰਤੀ ਨਹੀਂ ਹੈ, ਉੱਥੇ ਰੱਬ ਨਹੀਂ ਹੈਗੀ, ਉੱਥੇ ਵੀ ਹੈ। ਕੁਦਰਤ ਹੀ ਸਭ ਨਹੀਂ ਹੈ। ਕੁਦਰਤ ਉਸ ਦਾ ਇੱਕ ਛੋਟਾ ਜਿਹਾ ਨਿੱਕਾ ਜਿਹਾ ਰੂਪ ਹੈ, ਬਸ ਉਸਨੇ ਬਣਾਈ ਹੈ, ਉਸ ਵਿੱਚੋਂ ਵਸਿਆ ਹੋਇਆ। ਛੋਟੀ ਜਿਹੀ ਧਰਤੀ ਕਣ ਮਾਤਰ ਜਿੰਨੀ, ਇਸ ਵਿੱਚ ਉਸਨੇ ਰਚਨਾ ਰਚੀ ਹੋਈ ਹੈ। ਪਰ ਅਨੰਤ ਬ੍ਰਹਮੰਡ ਹੈ, ਉਸਨੇ ਕਿਤਨੇ ਭਾਂਤ ਦੀ ਰਚਨਾ ਕੀਤੀ ਹੋ ਸਕਦੀ ਹੈ। ਜ਼ਰੂਰੀ ਨਹੀਂ ਵੀ ਸਭ ਥਾਂ ਹਰੀ ਹਰਿਆਵਲ ਹੋਏਗੀ। ਕੀ ਪਤਾ ਜਾਣੇ ਪ੍ਰਮਾਤਮਾ ਦਾ ਉੱਥੇ ਕੌਤਕ ਕੈਸਾ ਹੋਏਗਾ। ਇਸ ਲਈ ਕਹਿਣਾ ਪਏਗਾ ਤਾਕਾ ਅੰਤ ਨਾ ਜਾਣੈ ਕੋਈ, ਤੇਰਾ ਅੰਤ ਕੋਈ ਨਹੀਂ ਜਾਣ ਸਕਦਾ। ਅਸੀਂ ਤੇ ਇੱਥੇ ਦੀ ਗੱਲ ਹੀ ਪੂਰੀ ਨਹੀਂ ਕਹਿ ਸਕਦੇ। ਆਪੇ ਆਪ ਨਾਨਕ ਪ੍ਰਭ ਸੋਏ। ਕੌਣ ਜਾਣਦਾ ਮੇਰੇ ਮਾਲਕਾ, ਤੂੰ ਆਪ ਹੀ ਜਾਣਦਾ ਹੈ। ਤੈਨੂੰ ਹੀ ਪਤਾ ਹੋਏਗਾ। ਮੇਰੇ ਅੰਦਰ ਇਹ ਸਮਰੱਥਾ ਨਹੀਂ ਹੈ। ਮੈਂ ਕਿਤਨਾ ਵੀ ਜ਼ੋਰ ਲਾਵਾਂਗਾ ਤੇ ਮੈਂ ਇਤਨਾ ਹੀ ਕਹਾਂਗਾ ਤੂੰ ਮੀਆਂ ਹੈ, ਪਰ ਤੁਸੀਂ ਹੋ ਸੁਲਤਾਨ। ਮੈਨੂੰ ਤਾਂ ਇਤਨੀ ਕੀ ਜਾਚ ਆਉਂਦੀ ਹੈ। ਖੂਹ ਦਾ ਡੱਡੂ ਖੂਹ ਨੂੰ ਹੀ ਸਮੁੰਦਰ ਸਮਝਦਾ ਹੈ, ਪਰ ਸਮੁੰਦਰ ਤਾਂ ਕੁਛ ਹੋਰ ਹੈ। ਉਹ ਤੇ ਡਿੱਠਾ ਹੀ ਨਹੀਂ, ਦੇਖਿਆ ਉਹਨੇ ਜੀਵਨ ਭਰ ਖੂਹ ਹੈ, ਤੇ ਕੀ ਬਿਆਨਗੀ ਕਰੇਗਾ। ਮੈਂ ਜੋ ਦੇਖਿਆ ਮੇਰੀ ਬਿਆਨਗੀ ਉਸ 'ਚ ਸੀਮਿਤ ਰਹੇਗੀ, ਉਸ ਤੋਂ ਬਾਹਰ ਤੇ ਮੈਂ ਕਹਿ ਹੀ ਨਹੀਂ ਸਕਦਾ। ਜੋ ਮੈਨੂੰ ਪਤਾ ਹੀ ਨਹੀਂ, ਮੈਂ ਉਸ ਨੂੰ ਕੀ ਕਹਾਂਗਾ। ਇਸ ਲਈ ਸਾਹਿਬ ਕਹਿੰਦੇ ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਮੈਂ ਜੇ ਕਹਾਂਗਾ ਵੀ ਤੇ ਥੋੜਾ ਹੀ ਹੋਏਗਾ, ਇਸ ਲਈ ਮੇਰੇ ਤੇ ਕਿਰਪਾ ਕਰੋ। ਜੋ ਤੁਸੀਂ ਕਹਾਉਣਾ ਚਾਹੁੰਦੇ ਹੋ ਤੁਸੀਂ ਆਪ ਹੀ ਕਹਾ ਲਓ। ਮੇਰੇ ਵੱਸ ਨਹੀਂ ਹੈ, ਮੇਰੀ ਮੱਤ ਥੋੜ੍ਹੀ ਹੈ। ਤੁਸੀਂ ਸਮਰੱਥ ਵੱਡੇ ਹੋ, ਕਿਰਪਾ ਕਰੋ ਮੈਨੂੰ ਵੀ ਕੁਝ ਬੁਝਾ ਦਿਓ। ਆਪ ਇਸ ਅਸ਼ਟਪਦੀ ਦੇ ਅੰਤਰ ਗਿਆਨ ਬਖਸ਼ ਰਹੇ ਸਨ। ਸੱਤਵੇਂ ਪਦੇ ਨੂੰ ਅਸੀਂ ਵਿਚਾਰਿਆ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਕਿਰਪਾ ਕਰਨੀ ਜੀ। ਪਿਆਰ ਅਦਬ ਅਤੇ ਸਤਿਕਾਰ ਦੇ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।